dear students, welcome to online class। ਅੱਜ ਆਪਾਂ ਕਰਾਂਗੇ 7ਵੀਂ ਕਲਾਸ ਦਾ 14ਵਾਂ ਪਾਠ। ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ ਉਹਨਾਂ ਦੀ ਜੀਵਨੀ ਕਰਾਂਗੇ। ਪਹਿਲਾਂ ਆਪਾਂ ਜੀਵਨੀ ਦਾ ਸਾਰ ਪੜ੍ਹਾਂਗੇ ਗੁਰੂ ਤੇਗ ਬਹਾਦਰ ਜੀ ਦੀ। ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਸਨ। ਗੁਰੂ ਤੇਗ ਬਹਾਦਰ ਜੀ ਸਮੇਂ ਮੁਗਲਾਂ ਦਾ ਰਾਜ ਸੀ। ਆਪ ਜੀ ਪਿਤਾ ਜੀ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਜੀ ਸਨ। ਆਪ ਜੀ ਦੀ ਮਾਤਾ ਦਾ ਨਾਂ ਨਾਨਕੀ ਜੀ ਸੀ। ਆਪ ਜੀ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਹਾਸਲ ਕੀਤੀ। ਭਾਈ ਗੁਰਦਾਸ ਜੀ ਪਾਸੋਂ ਕਈ ਭਾਸ਼ਾਵਾਂ ਸਿੱਖਿਆ ਅਤੇ ਕਈ ਗ੍ਰੰਥ ਪੜ੍ਹੇ। ਆਪ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ। ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਸਪੁੱਤਰ ਸਨ। ਗੁਰੂ ਗੋਬਿੰਦ ਸਿੰਘ ਬਾਅਦ ਵਿੱਚ 10ਵੇਂ ਗੁਰੂ ਬਣੇ। ਗੁਰੂ ਤੇਗ ਬਹਾਦਰ ਜੀ ਬੜੇ ਸ਼ਾਂਤ ਸੁਭਾਅ ਦੇ ਮਾਲਕ ਸਨ। ਆਪ ਜੀ ਦਾ ਪਹਿਲਾ ਨਾਂ ਤਿਆਗ ਮੱਲ ਸੀ। ਆਪ ਬਹਾਦਰ ਵੀ ਬਹੁਤ ਸਨ। ਮੁਗਲ ਫੌਜਾਂ ਨਾਲ ਯੁੱਧਾਂ ਵਿੱਚ ਆਪ ਨੇ ਆਪਣੀ ਤੇਗ ਦੇ ਖੂਬ ਜੋਹਰ ਦਿਖਾਏ। ਉਦੋਂ ਗੁਰੂ ਹਰਗੋਬਿੰਦ ਜੀ ਨੇ ਇਹਨਾਂ ਨੂੰ ਤੇਗ ਬਹਾਦਰ ਨਾਮ ਦਿੱਤਾ। ਜਦੋਂ ਗੁਰੂ ਹਰਗੋਬਿੰਦ ਜੀ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਏ, ਫਿਰ ਗੁਰੂ ਤੇਗ ਬਹਾਦਰ ਜੀ ਬਕਾਲੇ ਨਗਰ ਵਿੱਚ ਰਹਿਣ ਲੱਗੇ। 8ਵੇਂ ਗੁਰੂ ਸ਼੍ਰੀ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਜੀ ਨੂੰ ਗੁਰਗੱਦੀ ਮਿਲੀ। ਗੁਰੂ ਤੇਗ ਬਹਾਦਰ ਜੀ ਨੇ ਧਰਮ ਪ੍ਰਚਾਰ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼ ਆਦਿ ਥਾਵਾਂ ਦੀਆਂ ਯਾਤਰਾਵਾਂ ਕੀਤੀਆਂ। ਆਪ ਨੇ ਅਨੰਦਪੁਰ ਨਗਰ ਦੀ ਸਥਾਪਨਾ ਕੀਤੀ। ਗੁਰੂ ਜੀ ਨੇ ਵੱਖ-ਵੱਖ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਇਹ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਦਰਜ ਆਪ ਦੇ ਜੋ ਸ਼ਲੋਕ ਬੜੇ ਪ੍ਰਸਿੱਧ ਹਨ। ਗੁਰੂ ਤੇਗ ਬਹਾਦਰ ਜੀ ਨੂੰ ਚਿੱਤਰਕਲਾ ਅਤੇ ਸੰਗੀਤ ਕਲਾ ਵਿੱਚ ਬਹੁਤ ਡੂੰਘੀ ਦਿਲਚਸਪੀ ਸੀ। ਆਪ ਜੀ ਸਮੇਂ ਔਰੰਗਜ਼ੇਬ ਦਾ ਰਾਜ ਸੀ, ਜੋ ਧਾਰਮਿਕ ਤੌਰ 'ਤੇ ਬੜਾ ਕੱਟੜ ਸੀ। ਉਹ ਲੋਕਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ, ਵੀ ਜਿੰਨੇ ਵੀ ਹਿੰਦੂ ਸਿੱਖ ਸੀ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਜਿਹੜਾ ਉਸ ਦਾ ਕਿਹਾ ਟਾਲਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਕੁਝ
कश्मीरी पंडित दुखी हो के गुरु जी कोल पहुँचे ते गुरु जी नूं सारी कहानी सुनाई। गुरु तेग बहादुर जी ने कहा कि इस समय महापुरख की कुर्बानी, गुरु तेग बहादुर जी ने कहा कि इस समय महापुरख की कुर्बानी की लोड़ है। तो उन्हां दे सपुत्र गोबिंद राय ने उत्तर विच कहा कि तुहाडे तो वड्डा महापुरख कौन हो सकता है। अपने पुत्र दे मूहों ये शब्द सुन के गुरु तेग बहादुर जी बहुत प्रसन्न हुए। इस तो बाद गुरु जी अपनी गद्दी ते गुरु गोबिंद सिंह जी नूं बिठा के आप दिल्ली वल चल पए। रस्ते विच ही गुरु तेग बहादुर जी नूं गिरफ्तार कर लिया गया। दिल्ली लिजा के उन्हां नूं मुसलमान बनन लई कहा, पर गुरु जी ने यह हुक्म ना मन्निया। इस कारण उन्हां नूं 11 नवंबर 1675 ईस्वी नूं दिल्ली दे चांदनी चौक विच शहीद कर दिता गया। चांदनी चौक विच इस स्थान ते हुण सीसगंज साहिब नां दा बड़ा सुंदर गुरुद्वारा बनिया होया है। गुरु तेग बहादुर जी दी शहीदी तो बाद आम लोग जुल्म दे विरुद्ध उठने शुरू हो गए। गुरु तेग बहादुर जी दा ये पवित्र शब्द सारियां नूं महान सिक्ख्या दिंदा है। गुरु तेग बहादुर जी दा ये पवित्र शब्द सारियां नूं महान सिक्ख्या दिंदा है। पै काहू को देत न पै मानत आन। इस तो बाद आपां करने हैं औखे शब्दां दे अर्थ। औखे शब्द हुण आपां इत्थों लिखना शुरू करना है। पहला लिखांगे शब्द अर्थ, फिर आपां लिखांगे अभ्यास वाले पाठ प्रश्न। पहला प्रश्न है, गुरु तेग बहादुर जी ने किहड़े दो महापुरखों तो सिक्ख्या हासिल की सी। गुरु तेग बहादुर जी ने बाबा बुढ़ा जी तो घुड़सवार अते शस्त्र विद्या हासिल की ते भाई गुरदास जी ने कई भाषावां अते बहुत सारे ग्रंथां की पढ़ाई करवाई सी। इस तरह गुरु तेग बहादुर जी दो महापुरख बाबा बुढ़ा जी ते भाई गुरदास जी तो सिक्ख्या हासिल की। गुरु जी का पहला नाम की सी? गुरु जी का पहला नाम त्यागमल सी। गुरु जी का पहला नाम त्यागमल सी। पर जदों मुगलों विरुद्ध आप जी ने अपनी तेग दे जोहर विखाए तां इन्हां दे पिता श्री हरगोबिंद जी ने इन्हां दा नाम तेग बहादुर रख दिता। 6वें ते 8वें गुरु जी का नाम की ना सी? 6वें गुरु जी का श्री हरगोबिंद जी, श्री हरगोबिंद जी सी अते 8वें गुरु जी का नाम श्री गुरु हरिकृष्ण जी सी। कश्मीर दे पंडित किहड़ी गल्लों दुखी सन? कश्मीर दे पंडित औरंगजेब की धार्मिक कट्टरता तो दुखी सन। मुगल शासक
ਹਿੰਦੂ ਸਿੱਖਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦੇ ਸਨ। ਪੰਜਵਾਂ ਹੈ ਦਿੱਲੀ ਵਿੱਚ ਸ਼ੀਸ਼ਗੰਜ ਗੁਰਦੁਆਰਾ ਕਿਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ। ਦਿੱਲੀ ਵਿੱਚ ਸ਼ੀਸ਼ਗੰਜ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਉਹਨਾਂ ਨੇ ਮੁਸਲਮਾਨ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਮੁਗਲਾਂ ਨੇ ਉਹਨਾਂ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ। ਗੁਰੂ ਜੀ ਦੀ ਯਾਦ ਵਿੱਚ ਇੱਥੇ ਸ਼ੀਸ਼ਗੰਜ ਗੁਰਦੁਆਰਾ ਬਣਾਇਆ ਗਿਆ ਹੈ। ਹੁਣ ਹੈ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤਣਾ ਹੈ। ਕੁਝ ਵਾਕ ਦਿੱਤੇ ਉਹਨੇ ਮੁਹਾਵਰਿਆਂ ਵਿੱਚ ਨੂੰ ਵਾਕਾਂ ਵਿੱਚ ਵਰਤੋ। ਜੋਤੀ ਜੋਤ ਸਮਾਉਣਾ, ਤਾਂ 1675 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਜੋਤੀ ਜੋਤ ਸਮਾ ਗਏ। ਜੋਹਰ ਦਿਖਾਉਣਾ, ਨਗਰ ਕੀਰਤਨ ਵਿੱਚ ਸਕੂਲੀ ਬੱਚਿਆਂ ਨੇ ਸ਼ਸਤਰ ਚਲਾ ਕੇ ਆਪਣੀ ਕਲਾ ਦੇ ਜੋਹਰ ਵਿਖਾਏ। ਮੌਤ ਦੇ ਘਾਟ ਉਤਾਰਨਾ, ਯੁੱਧ ਵਿੱਚ ਸਿੱਖਾਂ ਨੇ ਕਈ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਰ ਹੈ ਹੇਠ ਲਿਖੇ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦਾਂ ਦੇ ਵਿੱਚ ਅੰਤਰ ਸਮਝਣਾ ਹੈ ਅਤੇ ਉਹਨਾਂ ਨੂੰ ਗੁਰਮੁਖੀ ਵਿੱਚ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰਨਾ ਹੈ। ਸ਼ਬਦ ਦਿੱਤੇ ਹੋਏ ਹੈ, ਤੁਸੀਂ ਇਹਨਾਂ ਨੂੰ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਲਿਖਣਾ ਹੈ। ਫਿਰ ਆਉਂਦਾ ਹੈ ਆਪਣਾ ਅਗਲਾ ਪ੍ਰਸ਼ਨ ਹੈ, ਹੇਠ ਲਿਖੇ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਦੇ ਭਿੰਨ ਭਿੰਨ ਸ਼ਬਦ ਲਿਖਣੇ ਹੈ। ਜਿਵੇਂ ਪੰਜਾਬੀ ਅਤੇ ਹਿੰਦੀ 'ਚ ਲਿਖੇ ਹੋਏ ਹੈ, ਤੁਸੀਂ ਇਹਨਾਂ ਨੂੰ ਨੋਟ ਕਰਨਾ ਹੈ। ਫਿਰ ਹੈ ਆਪਣਾ ਅਗਲਾ ਪ੍ਰਸ਼ਨ, ਹੇਠ ਲਿਖੇ ਵਾਕਾਂ ਵਿੱਚ ਲਕੀਰੇ ਸ਼ਬਦ ਵੇਖੋ। ਜਿਵੇਂ ਸ਼ਬਦ ਲਿਖਿਆ ਲਕੀਰੇ ਭਾਵ ਜਿਨ੍ਹਾਂ ਥੱਲੇ ਲਾਈਨ ਲਾਈ ਹੈ, ਜਿਹਨੂੰ ਆਪਾਂ ਬੋਲਦੇ ਹਾਂ ਅੰਡਰਲਾਈਨ ਕੀਤਾ, ਉਹ ਵੇਖਣੇ ਹੈ। ਜਿਵੇਂ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਸਨ। ਆਪ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ। ਆਪ ਜੀ ਨੇ ਅਨੰਦਪੁਰ ਨਗਰ ਦੀ ਸਥਾਪਨਾ ਕੀਤੀ। ਕੁਝ ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਜੀ ਕੋਲ ਆਏ। ਹੁਣ ਇਹ ਲਕੀਰੇ ਸ਼ਬਦ ਕਿਰਿਆ ਸ਼ਬਦ ਹਨ। ਪ੍ਰਸ਼ਨ ਹੈ, ਕਿਸੇ ਕਿਰਿਆ ਸ਼ਬਦ ਤੋਂ ਕੰਮ ਦੇ ਹੋਣ ਦਾ ਪਤਾ ਲੱਗਦਾ ਹੈ। ਇਸ ਪਾਠ ਦੇ ਆਧਾਰ 'ਤੇ ਕੁਝ ਹੋਰ ਅਜਿਹੇ ਸ਼ਬਦ ਲੱਭਣੇ ਹੈ ਜਿਨ੍ਹਾਂ ਦੇ ਵਿੱਚ ਕਿਰਿਆ ਸ਼ਬਦ ਹੋਣ। ਤਾਂ ਥੱਲੇ ਸ਼ਬਦ ਲਿਖੇ ਹੋਏ ਹੈ, ਕਿਰਿਆ ਦੇ ਆਧਾਰ 'ਤੇ ਤੁਸੀਂ ਲਿਖ ਸਕਦੇ ਹੋ। ਫਿਰ ਆਉਂਦੇ ਆ ਕੁਝ ਹੋਰ ਪ੍ਰਸ਼ਨ, ਇੰਪੋਰਟੈਂਟ ਪ੍ਰਸ਼ਨ ਹੈ। ਸਿੱਖਾਂ ਦੇ ਪਹਿਲੇ ਗੁਰੂ ਅਤੇ 10ਵੇਂ ਗੁਰੂ ਦਾ ਨਾਂ ਲਿਖੋ। ਸਿੱਖਾਂ ਦੇ ਪਹਿਲੇ ਗੁਰੂ ਅਤੇ 10ਵੇਂ ਗੁਰੂ ਦਾ ਨਾਂ ਲਿਖਣਾ ਹੈ। ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਹਨ। ਗੁਰੂ ਤੇਗ ਬਹਾਦਰ ਸਿੰਘ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ? 9ਵੇਂ। ਕਿੰਨਵੇਂ? 9ਵੇਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਪਿਤਾ ਦਾ ਨਾਂ ਅਤੇ ਉਹ ਜਨਮ ਕਿੱਥੇ ਹੋਇਆ ਉਹਨਾਂ ਦਾ? ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਦਾ ਨਾਂ ਹਰਗੋਬਿੰਦ ਸਿੰਘ ਜੀ, ਮਾਤਾ ਜੀ ਦਾ ਨਾਂ ਨਾਨਕੀ ਜੀ ਸੀ। ਇਹਨਾਂ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਗੁਰੂ ਤੇਗ ਬਹਾਦਰ ਜੀ ਨੇ ਧਰਮ ਪ੍ਰਚਾਰ ਲਈ ਕਿਹੜੀਆਂ ਥਾਵਾਂ 'ਤੇ ਯਾਤਰਾ ਕੀਤੀ? ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਅਸਾਮ, ਬੰਗਲਾਦੇਸ਼ ਆਦਿ ਥਾਵਾਂ 'ਤੇ ਯਾਤਰਾ ਧਰਮ ਪ੍ਰਚਾਰ ਲਈ ਕੀਤੀ। ਇਸ ਵੇਲੇ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਇਹ ਸ਼ਬਦ ਕਿਸ ਨੇ ਅਤੇ ਕਦੋਂ ਕਹੇ? ਇਹ ਸ਼ਬਦ ਗੁਰੂ ਤੇਗ ਬਹਾਦਰ ਜੀ ਨੇ ਉਦੋਂ ਕਹੇ ਜਦੋਂ ਮੁਗਲਾਂ ਦੇ ਜ਼ੁਲਮ ਤੋਂ ਦੁਖੀ ਪੰਡਤ ਗੁਰੂ ਜੀ ਕੋਲ ਆਏ ਅਤੇ ਉਹਨਾਂ ਨੇ ਗੁਰੂ ਜੀ ਨੂੰ ਦੱਸਿਆ ਮੁਗਲ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਹੇ ਹਨ। 7ਵਾਂ ਹੈ, ਦਿੱਲੀ ਜਾਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਕਿਸ ਨੂੰ ਦੇ ਕੇ ਆਏ? ਦਿੱਲੀ ਜਾਣ ਤੋਂ ਪਹਿਲਾਂ ਗੁਰੂ ਜੀ ਨੇ ਆਪਣੇ ਪੁੱਤਰ ਬਾਲ ਗੋਬਿੰਦ ਰਾਏ ਨੂੰ ਗੁਰਗੱਦੀ ਦੇ ਕੇ ਗਏ।
ਗੁਰੂ ਤੇਗ ਬਹਾਦਰ ਜੀ ਨੂੰ ਮੁਗਲਾਂ ਨੇ ਕਿੱਥੇ ਤੇ ਕਦੋਂ ਸ਼ਹੀਦ ਕੀਤਾ? ਗੁਰੂ ਤੇਗ ਬਹਾਦਰ ਜੀ ਨੂੰ ਮੁਗਲਾਂ ਨੇ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਂਕ, ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ। ਗੁਰੂ ਤੇਗ ਬਹਾਦਰ ਜੀ ਦਾ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ? ਮਹਾਨ। ਸਾਰਿਆਂ ਨੂੰ ਗੁਰੂ ਤੇਗ ਬਹਾਦਰ ਜੀ ਦਾ ਕਿਹੜਾ ਸ਼ਬਦ ਸਾਰਿਆਂ ਨੂੰ ਮਹਾਨ ਸਿੱਖਿਆ ਦਿੰਦਾ ਹੈ? ਤਾਂ ਗੁਰੂ ਤੇਗ ਬਹਾਦਰ ਜੀ ਦਾ ਇਹ ਪਵਿੱਤਰ ਸ਼ਬਦ ਸਾਰਿਆਂ ਨੂੰ ਮਹਾਨ ਸਿੱਖਿਆ ਦਿੰਦਾ ਹੈ। ਪੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ। ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ? ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਸਨ। ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਈਸਵੀ ਨੂੰ ਹੋਇਆ। ਗੁਰੂ ਤੇਗ ਬਹਾਦਰ ਜੀ ਨੇ 20 ਸਾਲ ਕਿੱਥੇ ਭਗਤੀ ਕੀਤੀ ਸੀ? ਅੰਮ੍ਰਿਤਸਰ। ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਲਈ ਕਿੱਥੇ ਗਏ? ਉੱਤਰ ਪ੍ਰਦੇਸ਼ ਵੀ ਗਏ, ਦਿੱਲੀ ਵੀ ਗਏ ਤੇ ਬਾਂਗਲਾਦੇਸ਼ ਵੀ ਗਏ। ਇਹ ਸਾਰੇ ਹੀ ਸਹੀ ਹੈ। ਗੁਰੂ ਤੇਗ ਬਹਾਦਰ ਜੀ ਸਮੇਂ ਭਾਰਤ ਦੇਸ਼ ਵਿੱਚ ਕਿਸ ਮੁਗਲ ਬਾਦਸ਼ਾਹ ਦਾ ਰਾਜ ਸੀ? ਔਰੰਗਜ਼ੇਬ ਦਾ। ਆਪ ਤੋਂ ਵੱਡਾ ਮਹਾਂਪੁਰਸ਼ ਕੌਣ ਹੋ ਸਕਦਾ ਹੈ? ਇਹ ਸ਼ਬਦ ਕਿਹਨਾਂ ਨੇ ਕਹੇ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਹੇ। ਬਾਬਾ ਬੁੱਢਾ ਜੀ ਤੋਂ ਗੁਰੂ ਤੇਗ ਬਹਾਦਰ ਜੀ ਨੇ ਕੀ ਸਿੱਖਿਆ ਪ੍ਰਾਪਤ ਕੀਤੀ? ਸ਼ਸਤਰ ਤੇ ਘੋੜਸਵਾਰੀ ਦੀ। ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ? 1675 ਈਸਵੀ ਨੂੰ ਸ਼ਹੀਦ ਕੀਤਾ ਗਿਆ। ਇਹ ਸਨ ਆਪਣੇ ਇਸ ਪਾਠ ਦੇ ਪ੍ਰਸ਼ਨ ਉੱਤਰ ਜੋ ਕਿ ਪੂਰੇ ਹੋ ਗਏ ਹੈ। ਅਗਲੀ ਵੀਡੀਓ ਦੇ ਵਿੱਚ ਆਪਾਂ ਕੁਝ ਹੋਰ ਪ੍ਰਸ਼ਨ ਉੱਤਰ ਕਰਾਂਗੇ। ਓਨੇ ਚਿਰ ਵਿੱਚ ਤੁਸੀਂ ਇਹਨੂੰ ਧਿਆਨ ਨਾਲ ਸੁਣਨਾ, ਸਮਝਣਾ ਅਤੇ ਸਾਫ਼-ਸਾਫ਼ ਨੋਟ ਕਰਨਾ। ਧੰਨਵਾਦ।